ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 13ਵੀਂ ਤੇ ਪਦ 8ਵਾਂ। ਜਿਵੇਂ ਆਪਾਂ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਇਨਸਾਨ ਇੰਨਾ ਸਿਆਣਾ ਨਹੀਂ ਹੈ, ਇੰਨਾ ਸਮਝਦਾਰ ਨਹੀਂ ਹੈ ਜਿਹੜਾ ਸੱਚੇ ਪਾਤਸ਼ਾਹ ਦੀਆਂ ਰਮਜ਼ਾਂ ਨੂੰ ਸਮਝ ਸਕੇ। ਜਿੰਨੀ ਗੁਰੂ ਸਾਹਿਬਾਨ ਕਿਰਪਾ ਕਰਦੇ ਹਨ, ਉਹਨਾਂ ਪ੍ਰਾਣੀ ਵਿਚਾਰ ਕਰ ਸਕਦਾ ਹੈ, ਉਹਨਾਂ ਬੋਲ ਸਕਦਾ ਹੈ, ਉਹਨਾਂ ਸੁਣ ਸਕਦਾ ਹੈ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ 24,000 ਅੱਖਰਾਂ ਦੀ ਵਰਤੋਂ ਕੀਤੀ ਹੈ। 24 ਅਸ਼ਟਪਦੀਆਂ ਹਨ। ਇੱਕ ਅਸ਼ਟਪਦੀ ਦੇ 8 ਭਾਗ ਹਨ, ਜਾਣੀ 8 ਪਦ ਹਨ। ਪਿਛਲੇ ਸਮੇਂ ਦੇ ਵਿੱਚ ਸਮੇਂ ਦੀ ਗਿਣਤੀ ਮਿਣਤੀ ਘੜੀਆਂ ਅਤੇ ਪਹਿਰਾਂ ਨਾਲ ਹੁੰਦੀ ਸੀ। 3 ਘੜੀਆਂ ਮਿਲਾ ਕੇ ਇੱਕ ਪਹਿਰ ਬਣਦਾ ਸੀ। ਸੱਚੇ ਪਾਤਸ਼ਾਹ ਨੇ ਪ੍ਰਾਣੀ ਦੇ ਸਮੇਂ ਨੂੰ ਨਾਮ ਦੇ ਨਾਲ ਜੋੜਿਆ ਹੈ, ਜਾਣੀ ਇੱਕ ਇੱਕ ਸਵਾਸ ਆਪਣੇ ਪਿਆਰੇ ਗੁਰਸਿੱਖ ਦਾ ਗੁਰੂ ਦੀ ਸਿਫਤ ਸਲਾਹ ਦੇ ਨਾਲ ਜੋੜਿਆ ਹੈ, ਅਕਾਲ ਪੁਰਖ ਦੀ ਉਸਤਤ ਦੇ ਨਾਲ ਜੋੜਿਆ ਹੈ। ਗੁਰੂ ਸਾਹਿਬਾਨ ਨੇ ਅਪਾਰ ਕਿਰਪਾ ਕੀਤੀ ਹੈ ਕਿ ਪ੍ਰਾਣੀ, ਜੇ ਤੂੰ ਆਪਣੀਆਂ ਆਦਤਾਂ ਬਦਲ ਦਵੇਂ ਤਾਂ ਤੂੰ ਬਿਨਾਂ ਕੁਝ ਗਵਾਏ ਤੋਂ ਸਭ ਕੁਝ ਪਾ ਸਕਦਾ ਹੈ। ਤੂੰ ਆਪਣੇ ਮਨ ਦੀ ਇੱਕ ਖਿੜਕੀ ਖੋਲ੍ਹ ਲਵੇਂ, ਬਾਕੀ ਸਾਰੀਆਂ ਦੀਆਂ ਸਾਰੀਆਂ ਖਿੜਕੀਆਂ ਦੁਨੀਆ ਦੇ ਲਈ ਖੋਲ੍ਹ ਲੈ, ਕੰਪਿਊਟਰ ਦੇ ਵਾਂਗੂ। ਉਸ ਖਿੜਕੀ ਦੇ ਨਾਲ ਹੀ ਤੂੰ ਪ੍ਰਭੂ ਦੀ ਉਸਤਤ ਕਰੀ ਜਾਵੇਂ, ਤੇਰਾ ਜੀਵਨ ਹੈ ਜਿਹੜਾ ਮੁਕਤ ਹੋ ਜਾਵੇਗਾ। ਤੂੰ ਜਿਉਂਦਿਆਂ ਹੀ ਅਕਾਲ ਪੁਰਖ ਨੂੰ ਪਾ ਜਾਵੇਗਾ। ਜਿਹਦੇ ਵਿੱਚੋਂ ਜੁਦਾ ਹੋਇਆ ਪ੍ਰਾਣੀ, ਉਹਦੇ ਵਿੱਚ ਹੀ ਤੂੰ ਸਮਾ ਜਾਵੇਗਾ। ਜਨ ਤੋਂ ਹਰ ਦਾ ਰੂਪ ਧਾਰਨ ਕਰ ਲਵੇਗਾ। ਸੱਚੇ ਪਾਤਸ਼ਾਹ ਪ੍ਰਭੂ ਦੀ ਉਸਤਤ, ਪ੍ਰਭੂ ਦੀ ਮਹਿਮਾ ਕਰਦੇ ਹਨ ਇਸ 8ਵੇਂ ਪਦ ਦੇ ਵਿੱਚ। ਪਹਿਲੇ 7 ਪਦਾਂ ਦੇ ਵਿੱਚ ਉਹਨਾਂ ਨੇ ਉਹਨਾਂ ਕ੍ਰਿਟਿਕਸ, ਉਹਨਾਂ ਆਲੋਚਕਾਂ, ਉਹਨਾਂ ਤਮਾਸ਼ਬੀਨ, ਉਹਨਾਂ ਉਂਝਾ ਲਾਉਣ ਵਾਲੇ ਗਰੀਬ ਭਗਤਾਂ ਉੱਤੇ ਪ੍ਰਾਣੀਆਂ ਦੀ ਮਨਮੁਖਤਾ ਬਾਰੇ ਸਾਨੂੰ ਦੱਸਿਆ ਹੈ। ਇਸ ਪਦ ਦੇ ਵਿੱਚ ਉਸ ਪ੍ਰਭੂ ਦਾ ਵਿਰਾਟ ਰੂਪ, ਉਹਦੇ ਕਰਨੇ ਹਾਰ ਸਮਰੱਥਤਾ ਬਾਰੇ ਸਾਨੂੰ ਸਮਝਾਉਂਦੇ ਹਨ। ਸਭ ਘਟ ਤਿਸ ਕੇ ਉਹ ਕਰਨੇ ਹਾਰ। ਸਭ ਘਟ ਸਾਰੇ ਦਿਲ, ਦੁਨੀਆ ਦੇ ਸਾਰੇ ਇਨਸਾਨ, ਸਾਰੇ ਜੀਵ ਇਸ ਧਰਤੀ 'ਤੇ ਉਸ ਦੇ ਹੀ ਹਨ, ਅਤੇ ਸਿਰਫ ਉਹੀ ਕਰਨੇ ਵਾਲਾ ਹੈ। ਉਹਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਹਿਲਦਾ। ਉਹੀ ਇੱਕ ਸਮਰੱਥ ਹੈ, ਦੂਜਾ ਕੋਈ ਹੈ ਹੀ ਨਹੀਂ। ਸਦਾ ਸਦਾ ਤਿਸ ਕੋ ਨਮਸਕਾਰ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ, ਧੰਨ ਧੰਨ ਗੁਰੂ ਅਰਜਨ ਦੇਵ ਜੀ, ਕਿ ਮੈਂ ਆਪਣੇ ਆਪ ਨੂੰ ਉਹਦੇ ਉੱਤੋਂ ਕੁਰਬਾਨ ਕਰਦਾ ਹਾਂ। ਮੈਂ ਦੰਡਵਤ ਪ੍ਰਣਾਮ ਕਰਦਾ ਹਾਂ। ਮੈਂ ਅਕਾਲ ਪੁਰਖ ਉੱਤੋਂ ਕੁਰਬਾਨ ਜਾਂਦਾ ਹਾਂ। ਮੈਂ ਨਮਸਕਾਰ ਕਰੀ ਜਾਵਾਂ, ਉਹਨੂੰ ਕਰੀ ਜਾਵਾਂ, ਹਮੇਸ਼ਾ ਹੀ ਕਰੀ ਜਾਵਾਂ, ਤਦ ਵੀ ਉਹ ਥੋੜ੍ਹੀ ਹੈ। ਉਹ ਇੰਨਾ ਵੱਡਾ ਹੈ, ਮੇਰੀ ਜ਼ੁਬਾਨ, ਮੇਰੀ ਰਸਨਾ ਬੜੀ ਛੋਟੀ ਹੈ। ਉਹਦੀ ਸਿਫਤ ਸਲਾਹ ਕੀਤੀ ਜਾ ਹੀ ਨਹੀਂ ਸਕਦੀ। ਚਾਹੇ ਮੈਂ ਛਿਨ ਛਿਨ ਪਲ ਪਲ ਉਹਦੀ ਮਹਿਮਾ ਦੇ ਵਿੱਚ ਲਗਾ ਦੇਵਾਂ, ਤਦ ਵੀ ਇਹ ਬਹੁਤ ਥੋੜ੍ਹੀ ਹੈ।
ਪ੍ਰਭ ਕੀ ਉਸਤਤ ਕਰੋ ਦਿਨ ਰਾਤ। ਦਿਨ ਰਾਤ ਪ੍ਰਾਣੀ ਉਹਨੂੰ ਧਿਆਈ ਚੱਲ, ਉਹਦੀ ਸਿਫਤ ਸਲਾਹ ਕਰੀ ਚੱਲ। ਤੇਰੇ ਜੀਵਨ ਦਾ ਮਿਸ਼ਨ, ਤੇਰੇ ਜੀਵਨ ਦੀ ਪ੍ਰਾਪਤੀ ਹੀ ਉਹ ਹੈ। ਤੂੰ ਉਹਦੇ ਵਿੱਚੋਂ ਨਿਕਲਿਆ ਹੋਇਆ ਇੱਕ ਬੂੰਦ ਹੈ। ਉਹ ਅੰਮ੍ਰਿਤ ਦਾ ਭਰਿਆ ਹੋਇਆ ਸਰੋਵਰ ਹੈ। ਬੂੰਦ ਦੀ ਕੀ ਹਾਲਤ ਹੈ ਵਿਛੜੀ ਹੋਈ ਦੀ। ਉਹਦਾ ਸਿਰ ਤਾਂ ਉੱਚਾ ਸਮੇਲ ਨਾਲ ਹੀ ਹੋ ਸਕਦਾ ਹੈ। ਤੂੰ ਉਹਨੂੰ ਯਾਦ ਕਰ। ਉਹਦੇ ਕੋਲ ਬਹੁਤ ਵਿਧੀਆਂ ਹਨ, ਬਹੁਤ ਸ਼ਕਤੀਆਂ ਹਨ ਬੂੰਦ ਨੂੰ ਆਪਣੇ ਵਿੱਚ ਮਿਲਾਉਣ ਦੀਆਂ। ਤੂੰ ਦਿਨ ਰਾਤ ਪ੍ਰਾਣੀ ਉਸ ਅਕਾਲ ਪੁਰਖ ਦੀ ਉਸਤਤ ਕਰੀ ਚੱਲ, ਉਹਨੂੰ ਧਿਆਈ ਚੱਲ। ਉਹਦੇ ਮਨ ਦੇ ਵਿੱਚ ਮਿਹਰ ਆ ਜਾਵੇਗੀ ਅਤੇ ਤੇਰਾ ਇਹ ਜਿਹੜਾ ਐਸੋਲੇਸ਼ਨ, ਇਕਾਂਤ 'ਚ ਰਹਿਣ ਦਾ ਸਮਾਂ ਮੁੱਕ ਜਾਵੇਗਾ। ਮਿਲਾਪ ਸ਼ੁਰੂ ਹੋ ਜਾਵੇਗਾ ਪ੍ਰੀਤਮ ਪਿਆਰੇ ਨਾਲ। ਤਿਸੇ ਧਿਆਵੋ ਸਾਸ ਗਰਾਸ, ਇੱਕ ਪਲ ਇੱਕ ਛਿਨ। ਇੱਕ ਸਾਹ ਅੰਦਰ ਆਉਂਦਾ ਹੈ ਤਾਂ ਬੋਲ ਵਾਹਿਗੁਰੂ। ਉਹੀ ਸਾਹ ਫੇਫੜਿਆਂ ਨੂੰ ਸ਼ਕਤੀ ਦੇ ਕੇ ਤੇਰੇ ਖੂਨ ਦੀ ਕਿਰਿਆ ਨੂੰ ਚਾਲੂ ਰੱਖਦਾ ਹੋਇਆ ਆਪਣਾ ਮੁਕੰਮਲ ਕੰਮ ਕਰਕੇ, ਜ਼ਿੰਮੇਵਾਰੀ ਨਿਭਾ ਕੇ ਬਾਹਰ ਚਲੇ ਜਾਂਦਾ ਹੈ ਤਾਂ ਉਦੋਂ ਵੀ ਸ਼ੁਕਰਾਨੇ ਨਾਲ ਕਹਿ ਪ੍ਰਾਣੀ ਵਾਹਿਗੁਰੂ ਵਾਹਿਗੁਰੂ। ਤੇਰਾ ਕੀ ਲੱਗਦਾ ਹੈ? ਸਵਾਸ ਆਉਂਦੇ ਹਨ, ਸਵਾਸ ਜਾਂਦੇ ਹਨ, ਹਰ ਸਵਾਸ ਦੇ ਉੱਤੇ ਲਿਖਦੇ ਵਾਹਿਗੁਰੂ ਦਾ ਨਾਮ। ਪਿਆਰਿਆ, ਫਿਰ ਤੇਰਾ ਜਿਹੜਾ ਵਿਛੋੜਾ ਖਤਮ ਹੋ ਜਾਵੇਗਾ। ਬਹੁਤ ਔਖਾ ਸਮਾਂ ਜਿਹੜਾ ਤੂੰ ਕੱਟ ਰਿਹਾ, ਬਿਰਹੋਂ ਦਾ ਸਮਾਂ। ਸਭ ਕਿਛ ਵਰਤੈ ਤਿਸਕਾ ਕੀਆ। ਜਿਹੜਾ ਉਹ ਕਰਨ ਵਾਲਾ ਪ੍ਰੀਤਮ ਪਿਆਰਾ, ਜੋ ਕੁਝ ਹੋ ਰਿਹਾ ਉਹਦੀ ਮਰਜ਼ੀ ਨਾਲ ਹੋ ਰਿਹਾ। ਉਹਦੇ ਮੁਕਾਬਲੇ ਦੇ ਵਿੱਚ ਕੋਈ ਹੋਰ ਹੈ ਹੀ ਨਹੀਂ। ਉਹਨੇ ਸਾਰੀ ਸ੍ਰਿਸ਼ਟੀ ਦੋ ਦੇ ਵਿੱਚ ਬਣਾਈ ਹੈ, ਪੇਰਟੀ ਦੇ ਵਿੱਚ ਬਣਾਈ ਹੈ, ਤੇ ਉਹ ਆਪ ਹੀ ਇੱਕ ਇਕੱਲਾ ਪੁਰਖ ਹੈ, ਡੂਅਰ ਹੈ, ਦਾਤਾ ਹੈ, ਮਿਹਰਬਾਨ, ਆਪਣੇ ਭਗਤਾਂ ਉੱਤੇ ਕੁਰਬਾਨ ਹੋਣ ਵਾਲਾ ਹੈ। ਜਿਹੜਾ ਉਹਦੇ ਦਿਲ ਦੇ ਵਿੱਚ ਆਉਂਦਾ ਹੈ, ਉਹਨੂੰ ਪਾਉਂਦਾ ਹੈ, ਉਹ ਲੋੜਦਾ ਹੈ, ਉਹੀ ਵਾਪਰ ਜਾਂਦਾ ਹੈ। ਪ੍ਰਾਣੀ, ਤੇਰੇ ਹੱਥ ਦੇ ਵਿੱਚ ਕੁਝ ਵੀ ਨਹੀਂ। ਜਿਨ੍ਹਾਂ ਦਾ ਤੂੰ ਸੰਗ ਕਰਦਾ ਹੈ, ਮਾਇਆ ਨਚਾਉਂਦੀ ਹੈ ਦੁਨੀਆ ਨੂੰ। ਹਰ ਕੋਈ ਮਾਇਆ ਦੇ ਉੱਤੇ ਨੱਚ ਰਿਹਾ, ਮਾਇਆ ਦੀ ਤਾਲ ਉੱਤੇ, ਪਰ ਉਹਦੇ ਹੱਥ ਦੇ ਵਿੱਚ ਇਹ ਨਹੀਂ ਹੈ ਕਿ ਤੇਰੇ ਸਵਾਸਾਂ ਨੂੰ ਵਧਾ ਦੇਵੇ, ਤੇਰੇ ਸਵਾਸਾਂ ਨੂੰ ਘਟਾ ਦੇਵੇ। ਹਾਂ, ਛੁਣਛੁਣਾ ਬਣਾ ਕੇ ਤੇਰੇ ਸਵਾਸਾਂ ਦਾ ਵਿਨਾਸ਼ ਕਰੀ ਜਾਂਦੀ ਹੈ। ਬੜਾ ਸੋਹਣਾ ਰੰਗਦਾਰ ਛੁਣਛੁਣਾ ਵਜਾਉਂਦੀ ਹੈ। ਜੈਸਾ ਕਰੇ ਤੈਸਾ ਕੋ ਥੀਆ। ਜਿਹੜੇ ਬੰਦੇ ਨੂੰ ਜਿਸ ਤਰ੍ਹਾਂ ਬਣਾਉਂਦਾ ਹੈ, ਉਹੋ ਜਿਹਾ ਬਣ ਜਾਂਦਾ ਹੈ। ਜਿਵੇਂ ਕੋਈ ਭਾਂਡੇ ਬਣਾਉਣ ਵਾਲਾ ਕਾਰੀਗਰ ਆਪਣੇ ਚੱਕਰ ਦੇ ਉੱਤੇ ਘੁਮਾਉਂਦਾ ਹੋਇਆ ਮਿੱਟੀ ਨੂੰ ਆਪਣੇ ਹੱਥਾਂ ਨਾਲ ਅਰਾਧਨਾ ਕਰਕੇ ਵੱਖਰੇ ਵੱਖਰੇ ਭਾਂਡੇ, ਪਲੇਟਾਂ, ਕੌਲੀਆਂ, ਘੜੇ,
ਚੱਕਰੀਆਂ, ਬਹੁਤ ਸੁੰਦਰਤਾ ਵਾਲੇ ਭਾਂਡੇ ਘੜ ਦਿੰਦਾ ਹੈ। ਉਹਦੇ ਹੱਥਾਂ ਨੂੰ ਇਹ ਪਤਾ ਚੱਲ ਜਾਂਦਾ ਹੈ ਕਿ ਕਦੋਂ ਮਿੱਟੀ ਨੂੰ ਕਿੰਨਾ ਘੁੱਟਣਾ ਹੈ, ਕਿੰਨਾ ਪੋਲਾ ਰੱਖਣਾ ਹੈ, ਅਤੇ ਉਹ ਪਿਆਰੀਆਂ ਕਿੰਗਰੀਆਂ ਆਪਣੇ ਆਪ ਉੱਭਰ ਆਉਂਦੀਆਂ ਹਨ। ਇਸੇ ਤਰ੍ਹਾਂ ਪ੍ਰੀਤਮ ਪਿਆਰੇ ਨੂੰ ਇਹ ਪਤਾ ਹੈ ਕਿ ਹੁਣ ਭਗਤ ਬਣ ਰਿਹਾ ਹੈ, ਭਗਤ ਦਾ ਜਨਮ ਹੋ ਰਿਹਾ ਹੈ, ਭਗਤ ਦੀ ਕ੍ਰੀਏਸ਼ਨ ਹੋ ਰਹੀ ਹੈ। ਤਾਂ ਉਸੇ ਤਰ੍ਹਾਂ ਹੀ ਉਹ ਆਪਣੇ ਬਜਟ ਦੇ ਵਿੱਚ, ਆਪਣੇ ਮਹਾ ਆਨੰਦ ਦੇ ਵਿੱਚ ਸਿਰਜਣਾ ਕਰੀ ਜਾਂਦਾ ਹੈ। ਜੈਸਾ ਕਰੇ ਤੈਸਾ ਕੋ ਥੀਆ, ਆਪਣਾ ਖੇਲ ਆਪ ਕਰਦੇ ਹਾਰ। ਆਪਣੀ ਜਿਹੜੀ ਉਹਨੇ ਦੁਨੀਆ ਦੀ ਖੇਡ ਬਣਾਈ ਹੈ, ਇਹ ਲੀਲਾ ਰਚਾਈ ਹੈ, ਇਹਦੇ ਵਿੱਚ ਪਿਆਰਿਆ ਕੋਈ ਘਾਟ ਨਹੀਂ ਰੱਖੀ। ਹਰ ਕਿਸਮ ਦੇ ਪ੍ਰਾਣੀ ਨੇ, ਨਾਮ ਜਪਣੇ ਵਾਲੇ ਬਹੁਤ, ਨਿੰਦਿਆ ਚੁਗਲੀ ਕਰਨ ਵਾਲੇ ਬਹੁਤ, ਪੜ੍ਹਨੇ ਵਾਲੇ ਬਹੁਤ, ਗਾਉਣੇ ਵਾਲੇ ਬਹੁਤ, ਸਰੋਤਿਆਂ ਦਾ ਅੰਤ ਨਹੀਂ ਹੈ। ਕਿੱਦਾਂ ਦੀ ਪਿਆਰੀ ਖੇਲ ਹੈ। ਫਿਰ ਉੱਤੇ ਇੱਕ ਵੱਡਾ ਆਕਾਸ਼ ਦੇ ਵਿੱਚ ਨੀਲੇ ਰੰਗ ਦਾ ਤੰਬੂ ਲਗਾ ਦਿੱਤਾ, ਸਜਾ ਦਿੱਤਾ ਬੱਤੀਆਂ ਦੇ ਨਾਲ, ਤਾਰਿਆਂ ਦੀਆਂ ਬੱਤੀਆਂ ਵਿੱਚ ਇੱਕ ਵੱਡਾ ਦੀਪ ਜਲਾ ਦਿੱਤਾ। ਸੂਰਜ ਇੱਕ ਥਾਂ ਤੋਂ ਦੂਜੀ ਥਾਂ ਤੱਕ ਨਜ਼ਰ ਪਹੁੰਚਣ ਤੱਕ ਇੱਕੋ ਹੀ ਪਰਿਵਾਰ ਲੱਗਦਾ ਹੈ, ਪਰ ਗੁਰੂ ਪਿਆਰਿਆ ਲੱਖਾਂ ਕਰੋੜਾਂ ਪਰਿਵਾਰ ਇਸ ਤਰ੍ਹਾਂ ਦੇ ਸੂਰਜਾਂ ਦੇ ਹਨ। ਖੇਲ ਕਿੱਡੀ ਅਚਰਜ ਹੈ, ਨਾ ਸਮਝਣ ਵਾਲੇ ਨੂੰ ਪਤਾ ਨਹੀਂ ਲੱਗਦਾ ਉਹਦੀ ਏਡੀ ਵੱਡੀ ਵਡਿਆਈ, ਉਹਦੀ ਵੱਡੀ ਲੀਲਾ ਦੀ, ਕਿਉਂਕਿ ਉਹ ਆਪ ਹੀ ਕਰਦੇ ਵਾਲਾ ਹੈ। ਭਾਂਡੇ ਬਣਾਉਣ ਵਾਲੇ ਦੀ ਤਰ੍ਹਾਂ ਕਿਸੇ ਦੀ ਸਲਾਹ ਦੀ ਉਹਨੂੰ ਲੋੜ ਨਹੀਂ ਹੈ। ਦੂਸਰ ਕੌਣ ਕਹੇ ਵਿਚਾਰ, ਕਿਹੜਾ ਸ਼ਰੀਕ ਹੈ, ਕਿਹੜਾ ਹੋਰ ਉਹਦੇ ਮੁਕਾਬਲੇ 'ਚ ਆ ਸਕਦਾ ਹੈ, ਕਿਹੜਾ ਸੋਚ ਸਕਦਾ ਹੈ, ਕਿੱਦਾਂ ਦਾ ਉਹ ਵਿਚਾਰ ਕਰ ਸਕਦਾ ਹੈ ਦਾਤੇ ਦੇ ਸਾਹਮਣੇ। ਪ੍ਰਭੂ ਪ੍ਰੀਤਮ ਪਿਆਰਾ ਪਰਫੈਕਟ ਹੈ, ਕਿਸੇ ਪਾਸੇ ਵੀ ਕੋਈ ਘਾਟ ਨਹੀਂ। ਉਹਦੀ ਲੀਲਾ ਪਰਫੈਕਟ ਹੈ, ਕਿਤੇ ਵੀ ਕੋਈ ਕਸਰ ਨਹੀਂ ਛੱਡੀ ਸਜਾਉਣ ਦੀ, ਬਣਾਉਣ ਦੀ। ਜਿਸ ਨੂੰ ਕਿਰਪਾ ਕਰੇ ਤਿਸ ਆਪਨ ਨਾਮ ਦੇ। ਹਾਂ, ਇੱਕ ਗੱਲ ਗੁਰੂ ਦੇ ਪਿਆਰਿਆ ਤੂੰ ਸਮਝ ਲੈ, ਉਹ ਮਿਹਰਬਾਨ ਹੈ, ਦਿਆਲੂ ਹੈ, ਕਿਰਪਾਲੂ ਹੈ। ਅਸੀਂ ਸਾਰੇ ਦੇ ਸਾਰੇ ਆਪਣੇ ਗਾਗਰਾਂ ਚੱਕੀ ਫਿਰਦੇ ਆ ਉਹ ਤੋਂ ਅੰਮ੍ਰਿਤ ਰੂਪੀ ਪਾਣੀ ਪ੍ਰਾਪਤ ਕਰਨ ਲਈ। ਕਈਆਂ ਨੇ ਗਾਗਰਾਂ ਸਿੱਧੀਆਂ ਫੜੀਆਂ ਹੋਈਆਂ ਹਨ, ਜਿਹੜੇ ਸਵਾਸ ਵਾਹਿਗੁਰੂ ਵਾਹਿਗੁਰੂ ਕਰਦੇ ਹਨ, ਸਾਹਿਬ ਦੇ ਗੁਣ ਗਾਉਂਦੇ ਹਨ, ਉਹਦੀ ਆਰਾਧਨਾ ਦੇ ਵਿੱਚ ਮਸਤ ਰਹਿੰਦੇ ਹਨ। ਉਹਨਾਂ ਦੀਆਂ ਗਾਗਰਾਂ ਸਿੱਧੀਆਂ ਹਨ, ਪਰ ਪਿਆਰਿਆ ਬਹੁਤ ਸਾਰੇ ਪ੍ਰਾਣੀ ਨੇ ਜਿਹੜੇ ਗਾਗਰਾਂ ਦਾ ਮੂੰਹ ਥੱਲੇ ਕਰੀ ਫਿਰਦੇ ਹਨ। ਹਰ ਥਾਂ ਦੇ ਉੱਤੇ ਇਹੀ ਹੋਕਾ ਦਿੰਦੇ ਹਨ ਕਿ ਮੇਰੀ ਗਾਗਰ ਬੜੀ ਸੋਹਣੀ ਹੈ, ਮੈਂ ਪ੍ਰਭੂ ਦਾ ਪਿਆਰਾ ਹਾਂ, ਮੈਂ ਗਾਗਰ ਫੜੀ ਫਿਰਦਾ ਹਾਂ। ਬੇਸ਼ੱਕ ਉਸ ਮਨਮੁੱਖ ਨੂੰ ਇਹ ਨਹੀਂ ਪਤਾ ਕਿ ਪ੍ਰਭੂ ਮਿਹਰ ਕਰੇ ਤਾਂ ਕਿੱਥੇ ਕਰੇ। ਭਲਿਆ ਤੇਰੀ ਗਾਗਰ ਤਾਂ ਧਰਤੀ ਵੱਲ ਮੂੰਹ ਕਰੀ ਬੈਠੀ ਹੈ, ਪ੍ਰਭੂ ਨੇ ਮੀਂਹ ਤਾਂ ਉੱਤੋਂ ਪਾਉਣਾ, ਅੰਮ੍ਰਿਤ ਤਾਂ ਉੱਤੋਂ ਡਿੱਗਣਾ। ਤੂੰ ਤਾਂ ਬੇਬਸ ਹੋ ਕੇ ਆਪਣੀ ਮੈਂ ਦੇ ਵਿੱਚ ਇਹ ਵੀ ਭੁੱਲ ਗਿਆ,
ਕਿ ਉਹਦੀ ਕਿਰਪਾ ਕਿਵੇਂ ਪ੍ਰਾਪਤ ਕਰਦੀ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਪ੍ਰਾਣੀ ਤੂੰ ਆਪਣਾ ਸੰਘਰਸ਼ ਕਰੀ ਚੱਲ। ਸਭ ਤੋਂ ਵੱਡਾ ਸੰਘਰਸ਼ ਹੈ ਤੇਰਾ ਆਪਣੇ ਆਪ ਨੂੰ ਸਮਰਪਣ ਕਰਨ ਦਾ, ਆਪਣੇ ਆਪ ਦਾ ਵਿਨਾਸ਼ ਕਰਨ ਦਾ, ਆਪਣੇ ਆਪ ਨੂੰ ਮਾਰਨ ਦਾ। ਜਦੋਂ ਤੈਂ 100% 100% ਆਪਣੀ ਈਗੋ ਨੂੰ ਮਾਰ ਲਿਆ ਤਾਂ ਤੇਰੇ ਸਰੀਰ ਦੇ ਵਿੱਚ ਕੁਝ ਹੋਰ ਹੀ ਹੋਵੇਗਾ। ਉਹ ਜਲਵੇ ਤੂੰ ਦੱਸ ਵੀ ਨਹੀਂ ਸਕੇਗਾ ਦੁਨੀਆ ਨੂੰ, ਗੂੰਗੇ ਦੀ ਮਠਿਆਈ ਦੀ ਤਰ੍ਹਾਂ, ਕਿਉਂਕਿ ਤੈਂ ਆਪਣੇ ਆਪ ਨੂੰ ਬਾਹਰ ਕੱਢ ਦਿੱਤਾ। ਤੇਰੇ ਕਿਣਕੇ ਕਿਣਕੇ ਜ਼ਰੇ ਜ਼ਰੇ ਦੇ ਵਿੱਚ ਉਹ ਆ ਕੇ ਬਿਰਾਜਮਾਨ ਹੋ ਗਿਆ। ਪਹਿਲਾਂ ਵੀ ਸੀ ਪਰ ਤੈਂ ਬੜੀ ਥੋੜ੍ਹੀ ਜਗ੍ਹਾ ਦਿੱਤੀ। ਤੂੰ ਕੰਜੂਸੀ ਕਰਦਾ ਰਿਹਾ, ਪਰ ਜਦੋਂ ਤੂੰ ਆਪਣੇ ਆਪ ਨੂੰ ਬਾਹਰ ਕੱਢ ਲਿਆ ਤਾਂ ਪਾਤਸ਼ਾਹਾਂ ਦਾ ਪਾਤਸ਼ਾਹ ਤੇਰੇ ਘਰੇ ਆ ਕੇ ਬੈਠ ਗਿਆ। ਕਿਰਪਾ ਹੋ ਗਈ, ਉਹਦੀ ਮਿਹਰ ਹੋ ਗਈ। ਜਿਸ ਨੂੰ ਕਿਰਪਾ ਕਰੇ ਤਿਸ ਆਪਨ ਨਾਮ ਦੇ, ਉਹਨੇ ਤੈਨੂੰ ਬਖਸ਼ਿਸ਼ ਕਰ ਦਿੱਤੀ। ਉਹਨੇ ਤੈਨੂੰ ਵੱਡੀ ਵਡਿਆਈ ਦੇ ਦਿੱਤੀ ਕਿ ਤੂੰ ਹੁਣ ਮੇਰਾ ਨਾਮ ਜਪ ਲੈ। ਤੈਨੂੰ ਕੋਈ ਘਾਟਾ ਨਹੀਂ ਹੈ। ਹੁਣ ਮੈਂ ਤੇਰਾ ਬਣ ਗਿਆ, ਤੂੰ ਮੇਰਾ ਬਣ ਗਿਆ। ਬੇਸ਼ੱਕ ਤੂੰ ਦੇਰ ਆਇਆ, ਪਰ ਆਇਆ ਤਾਂ ਹੈ। ਨੈਵਰ ਲੇਟ। ਗੁਰੂ ਦੇ ਭਗਤ ਲਈ ਕਦੇ ਵੀ ਕੋਈ ਲੇਟ ਸਮਾਂ ਨਹੀਂ ਹੈ। ਹਰ ਸਮੇਂ ਪ੍ਰਭੂ ਤਾਂ ਉਡੀਕਦਾ ਹੀ ਹੈ। ਜਿਸ ਨੂੰ ਕਿਰਪਾ ਕਰੇ ਤਿਸ ਆਪਨ ਨਾਮ ਦੇ, ਵਡਭਾਗੀ ਨਾਨਕ ਜਨ ਸੇ। ਚੰਗੇ ਭਾਗਾਂ ਵਾਲੇ ਪੁਰਸ਼ ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਮਿਲਦਾ ਹੈ, ਜਿਨ੍ਹਾਂ ਦੀ ਰਸਨਾ ਦੇ ਉੱਤੇ ਦਿਨ ਰਾਤ, ਪਲ ਪਲ, ਛਿਨ ਛਿਨ ਪ੍ਰਭੂ ਬੈਠਦਾ ਹੈ, ਬੋਲਦਾ ਹੈ, ਸੁਣਦਾ ਹੈ। ਪ੍ਰਭੂ ਪ੍ਰੇਰਦਾ ਹੈ ਆਪਣੇ ਪਿਆਰਿਆਂ ਨੂੰ ਕਿ ਮੇਰਾ ਗੀਤ ਗਾ। ਤੂੰ ਮੇਰਾ ਪਿਆਰਾ ਹੈ, ਮੇਰਾ ਦੁਲਾਰਾ ਹੈ। ਮੈਂ ਤੈਨੂੰ ਇਸ ਧਰਤੀ ਦੇ ਉੱਤੇ ਇਹ ਜੀਵਨ ਇਸੇ ਕਰਕੇ ਬਖਸ਼ਿਆ ਹੈ ਕਿ ਤੇਰੇ ਕੱਟੇ ਜਾਣ ਪੂਰਬਲੇ ਜਿਹੜੇ ਤੈਂ ਚੰਗੇ ਕੰਮ ਨਹੀਂ ਕੀਤੇ, ਉਹ ਤੇਰੀ ਡਿਕਸ਼ਨਰੀ ਦੇ ਵਿੱਚੋਂ ਬਾਹਰ ਨਿਕਲ ਜਾਣ। ਸਾਫ ਸੁਥਰਾ ਪੰਨਾ ਹੋ ਜਾਵੇ ਮੇਰੇ ਪਿਆਰੇ ਦਾ। ਤੂੰ ਮੈਨੂੰ ਸੋਹਣਾ ਲੱਗਿਆ। ਪ੍ਰਭੂ ਮਿਹਰ ਕਰਕੇ ਸਮਝਾਉਂਦੇ ਹਨ ਪ੍ਰਾਣੀ ਨੂੰ ਕਿ ਜਦੋਂ ਵੱਡੀ ਕਤਾਰ ਲੱਗੀ ਹੋਈ ਸੀ ਜਨਮ ਧਾਰਨ ਵਾਲਿਆਂ ਦੀ, ਦੇਹੀ ਲੱਭਣ ਵਾਲਿਆਂ ਦੀ, ਤਾਂ ਤੂੰ ਮੈਨੂੰ ਬੜਾ ਸੋਹਣਾ ਲੱਗਿਆ, ਮੈਨੂੰ ਬੜਾ ਪਿਆਰਾ ਲੱਗਿਆ। ਮੇਰਾ ਦਿਲ ਪ੍ਰਾਣੀ ਤੇਰੇ 'ਤੇ ਆ ਗਿਆ ਕਿ ਤੈਨੂੰ ਸਵਾਰਿਆ ਜਾਵੇ, ਸ਼ਿੰਗਾਰਿਆ ਜਾਵੇ, ਮਾਨਕ ਦੇ ਦਿੱਤੀ ਜਾਵੇ। ਲੰਬੀ ਬਾਟ ਤੋਂ ਤੂੰ ਤੁਰ ਕੇ ਆਇਆ, ਲੰਬੀਆਂ ਬਾਟਾਂ, ਥੱਕਿਆ ਹੋਇਆ, ਚੂਰ ਹੋਇਆ 84 ਲੱਖ ਜੂਨ ਦਾ ਬੜਾ ਲੰਬਾ ਸਫ਼ਰ ਹੈ। ਪੈਂਡਾ ਬੜਾ ਕਰੜ ਹੈ, ਔਖਾ ਹੈ। ਤੂੰ ਤੈਅ ਕਰਕੇ ਆਇਆ ਤਾਂ ਮੇਰਾ ਮਨ ਡੁੱਲ ਗਿਆ। ਪ੍ਰੀਤਮ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ, ਪਰ ਪ੍ਰਾਣੀ ਤੈਂ ਮੇਰੀ ਬਣਾਈ ਹੋਈ ਮਾਇਆ ਦੀ ਵਾਸ਼ਨਾ ਦੇ ਵਿੱਚ ਫਸ ਕੇ ਮੈਨੂੰ ਭੁਲਾ ਦਿੱਤਾ, ਮੈਨੂੰ ਭੁਲਾ ਹੀ ਰੱਖਿਆ। ਤੂੰ ਇਸ ਦੁਨੀਆ ਦੀਆਂ
ਆਤਿਸ਼ਬਾਜ਼ੀਆਂ ਦੇ ਵਿੱਚ ਇੱਕ ਆਤਿਸ਼ਬਾਜ਼ੀ ਬਣ ਗਿਆ, ਖਿਲਰਦਾ ਗਿਆ, ਪਸਰਦਾ ਗਿਆ, ਵੱਡਾ ਵੱਡਾ ਪਟਾਕਾ ਬਣ ਕੇ ਵੱਜਦਾ ਰਿਹਾ। ਮੈਂ ਦਾ ਗੀਤ ਗਾਉਂਦਾ ਰਿਹਾ, ਤੈਨੂੰ ਪਤਾ ਵੀ ਨਹੀਂ ਲੱਗਿਆ ਕਿ ਸਮਾਂ ਕਿਸ ਤਰ੍ਹਾਂ ਕਿੰਨੀ ਛੇਤੀ ਬੀਤ ਗਿਆ। ਪਰ ਹੁਣ ਤੂੰ ਮੇਰੇ ਕੋਲ ਆਇਆ ਹੈ, ਦੇਰ ਨਾਲ ਆਇਆ। ਮੇਰੇ ਕੋਲ ਕੋਈ ਸਜ਼ਾ ਤੇਰੇ ਲਈ ਨਹੀਂ। ਪ੍ਰੀਤਮ ਪਿਆਰੇ, ਅਕਾਲ ਪੁਰਖ ਮਿਹਰ ਕਰਕੇ ਪ੍ਰਾਣੀ ਨੂੰ ਬਖਸ਼ਦੇ ਹੋਏ ਸਮਝਾਉਂਦੇ ਹਨ, ਨਾਨਕ ਵਡ ਭਾਗੀ ਨਾਨਕ ਜਨ ਸੇ। ਉਹ ਲੋਕ ਬੜੇ ਭਾਗਾਂ ਵਾਲੇ ਹਨ, ਬੜੇ ਉੱਤਮ ਮਨਾਂ ਵਾਲੇ ਹਨ, ਜਿਨ੍ਹਾਂ ਨੂੰ ਪ੍ਰਭੂ ਬਖਸ਼ ਦਿੰਦਾ ਹੈ ਤੇ ਆਪਣੀ ਗਲਵੱਖੜੀ ਦੇ ਵਿੱਚ ਪਾ ਲੈਂਦਾ ਹੈ, ਸਮੋ ਲੈਂਦਾ ਹੈ ਆਪਣੀਆਂ ਬਾਹਾਂ ਦੇ ਵਿੱਚ। ਉਹਨਾਂ ਨੂੰ ਇਲਾਹੀ ਧੁਨ ਸੁਣਾਈ ਦੇਣ ਲੱਗ ਜਾਂਦੀ ਹੈ। ਉਹੀ ਇਲਾਹੀ ਧੁਨ ਜਿਹੜੀ ਬਾਬੇ ਨਾਨਕ ਨੇ ਸੁਣੀ ਤੇ ਫਿਰ ਭਾਈ ਲਹਿਣੇ ਨੂੰ ਸੁਣਾ ਦਿੱਤੀ। ਇਸੇ ਤਰ੍ਹਾਂ ਸਾਰੇ ਗੁਰੂ ਸਾਹਿਬਾਨ ਦੇ ਕੰਨਾਂ ਦੇ ਵਿੱਚ ਉਹ ਇਲਾਹੀ ਬੀਨ ਵੱਜਦੀ ਗਈ ਤੇ ਉਹਦਾ ਰਸ ਲਕਾਈ ਨੂੰ ਵੰਡਦੇ ਗਏ। ਅਨਹਤਾ ਸ਼ਬਦ ਬਜੰਤ ਭੇਰੀ ਦਾ, ਉਹ ਭੇਰੀ ਅੱਜ ਵੀ ਵੱਜ ਰਹੀ ਹੈ। ਗੁਰੂ ਸਾਹਿਬਾਨ ਹਾਜ਼ਰ ਨਾਜ਼ਰ ਹਨ। ਸ਼ਾਖ ਸ਼ਾਖ ਗੁਰਾਂ ਦੀ ਦੇਹ ਹੈ, ਪਰ ਪ੍ਰਾਣੀ ਦਾ ਮਨ ਸ਼ੱਕ ਦੇ ਘੇਰੇ ਦੇ ਵਿੱਚ ਆ ਗਿਆ। ਵਿਸ਼ਵਾਸ ਨਹੀਂ ਰਿਹਾ। ਗੁਰੂ ਵੀ ਹਾਜ਼ਰ ਨਾਜ਼ਰ, ਬਾਣੀ ਵੀ ਧੁਰਦੀ ਆਈ, ਧੁਰ ਕੀ ਬਾਣੀ ਆਈ ਸਾਰੇ ਸਗਲ ਦੀ ਚਿੰਤ ਮਿਟਾਉਣ ਦੇ ਲਈ। ਪਰ ਪ੍ਰਾਣੀ ਤੂੰ ਡੋਲ ਗਿਆ, ਤੂੰ ਕੱਚਿਆਂ ਦੇ ਪਿੱਛੇ ਲੱਗ ਕੇ ਕੱਚਾ ਬਣ ਗਿਆ। ਭਲਾ ਕੱਚਿਆਂ ਨੇ ਵੀ ਕਦੇ ਕਿਸੇ ਨੂੰ ਤਾਰਿਆ? ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਬਖਾਣੀ। ਉਹਨਾਂ ਦੀਆਂ ਗੱਲਾਂ ਤੇ ਇਤਬਾਰ ਕਰ ਗਿਆ, ਭਰੋਸਾ ਕਰ ਗਿਆ ਉਹਨਾਂ ਉੱਤੇ, ਤੇ ਹੁਣ ਤੇਰੀ ਆਦਤ ਵੀ ਕੱਚਿਆਂ ਵਰਗੀ ਬਣ ਗਈ। ਤੇਰੇ ਉੱਤੇ ਪ੍ਰੀਤਮ ਪਿਆਰੇ ਮਿਹਰ ਹੋ ਗਏ। ਹੁਣ ਤੂੰ ਛੱਡੀ ਨਾ ਪੱਲਾ, ਚਰਨਾਂ ਨੂੰ ਪਕੜ ਲੈ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਕਿਹਾ, ਜਿਸ ਨੂੰ ਕਿਰਪਾ ਕਰੇ ਤਿਸ ਆਪਨ ਨਾਮ ਦੇ, ਬੜ ਭਾਗੀ ਨਾਨਕ ਜਨ ਸੇ। ਤੂੰ ਉਹ ਜਨ ਬਣ ਗਿਆ, ਦਾਸ ਬਣ ਗਿਆ ਪ੍ਰੀਤਮ ਪਿਆਰੇ ਦਾ। There is nobody else, no competition, only one teacher. You don't need too many teachers. ਗੁਰੂ ਪਿਆਰਿਓ, ਇੱਕ ਮੇਰਾ ਆਪਾਂ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਧੰਨ ਗੁਰੂ ਅਰਜਨ ਦੇਵ ਜੀ 13ਵੀਂ ਅਸ਼ਟਪਦੀ ਦੇ ਵਿੱਚ ਮਿਹਰ ਕਰਦੇ ਹੋਏ ਸਾਨੂੰ ਸਮਝਾਉਂਦੇ ਹਨ ਕਿ ਪ੍ਰਾਣੀ, ਤੂੰ ਆਪਣੇ ਆਪ ਨੂੰ ਛੱਡ ਕੇ ਉਹਦੇ ਚਰਨਾਂ ਦੇ ਵਿੱਚ ਢਹਿ। ਉਹ ਬਖਸ਼ਣਹਾਰ ਹੈ, ਦਿਆਲੂ ਹੈ, ਕਿਰਪਾਲੂ ਹੈ। ਉਹਨੇ ਤੈਨੂੰ ਕ੍ਰੀਏਟ ਕੀਤਾ ਹੈ, ਯੂਨੀਵਰਸਿਟੀ ਆਫ ਗॉड, ਤੇਰੇ ਉੱਤੇ ਮਿਹਰ ਕੀਤੀ ਹੈ। ਗੁਰਬਾਣੀ ਉਹੀ ਤੇਰੇ ਉੱਤੇ ਕਿਰਪਾ ਕਰਕੇ ਤੈਨੂੰ ਮਾਇਆ ਦੇ ਸਗਲਾਂ ਦੇ ਵਿੱਚੋਂ ਛੁਡਾ ਲਵੇਗਾ। ਸਭ ਘਟ ਤਿਸ ਕੇ ਉਹ ਕਰਦੇ ਹਾਰ, ਓਂਕਾਰ ਸਤਿਨਾਮ। All the hearts, university still open. All the minds, which Guru Nanak taught, all the bodies belong to him. Pada did not know about this university. He is the creator. College of Guru Nanak. This universe is a product of him. Neither you know it.
He is the manufacturer. How your teacher can Even teach smallest you when he never creature understood the insect syllabus of it. That is comes from created by God him. straight. The largest No middleman. animal is created by It him. is direct communication. Sada sada No tisko other one. namaskar. No competition. No other teacher. You are so great, Only my the Lord. people who get it, Ever who and get His ever grace. I How bow unto wonderful you. are those people. Ever and How ever great are those students. I bow unto him. How successful ustat are those karo din humans raat. who became He is so slave great. of Vaheguru. There is like no Nanak vocabulary made in any ਗੁਰੂ ਪਿਆਰਿਓ language ਸੱਚੇ ਪਾਤਸ਼ਾਹ ਨੇ to ਅਪਾਰ praise ਕਿਰਪਾ him. ਕੀਤੀ ਹੈ ਅੱਜ You are ਇੰਨਾ ਹੀ so wonderful. ਵਾਹਿਗੁਰੂ ਜੀ ਕਾ Praise ਖਾਲਸਾ is very ਵਾਹਿਗੁਰੂ ਜੀ little ਕੀ for ਫਤਿਹ you. Praise thou the Lord day and night even. That's not enough. My tongue is not enough to recite you. Tise ਧਿਆਵੋ ਸਾਸ ਗ੍ਰਾਸ. Guru Arjan Dev Ji bless on us, give mercy on us to make us understand that with every breath and morsel of thine, meditate on him. Sab kish vartah tiska kiya. Whatever is happening with his grace. What is going on outside and inside, all happening with his mercy. Nothing is going without him. All the energies on all planets, same time provided to keep everybody going. Everything which he chooses to do comes to happen. Sab kuch varte tiska kiya. Tise tyavo saas grass. Every breath remember him. Jaisa kare taisa ko thiya. As God makes the man, so does he become. Same like a creator of utensils from mud. The artist can make any beautiful container from the mud with his hands. He don't even need to think about it. He is so in heaven. God is so wonderful, so great. He just is doing it, creating it. Whatever he feel like. As God makes the man, so does he becomes. He just think, then human being is created. Good or bad. Critic or praiser of Lord. Apna khel aap karde haar. This is a wonderful universe created by Lord, created by God. This is a miracle. This is a drama. This is a movie. He produced it. He directed it. And he's playing the part as actor in all sides in the same movie. He doing all the roles. At same time he's producing, he's directing. How wonderful he is. He is in everybody. Same time. That is his khel. That is his game.
दूसर कौन कहे विचार, who else can even think? Who else can think without you? You are the only one who knows the secret. With your grace, who else can deliver? Who else can create? Who can say or make success in his game like you? There is no other one. जिसनो किरपा करे तिस आपन नाम दे. God gives his name to those unto whom he shows his mercy. Man's duty is to give himself, openly surrender without any conditions. Conditionless surrender by Mr. Human Being, God will be happy. He will throw all the mercy, all the grace on him and save him. And God will give his name to him, all the love back to him. How wonderful Mr. Human Being can become. But bhagi Nanak jan say, O Nanak, are very fortunate people, those people who remember him always. They gave their head to the Lord. ऐसा सतगुर जे मिले तिसनो सिर सौंपिए विचों आप जाए. Guru Pyareo, this is the secret. Whole Gurbaani, सारी दी सारी गुरबाणी 1430 अंग. एक ਟੈਕਨੋਲੋਜੀ, ਸਪਿਰਚੁਅਲ ਟੈਕਨੋਲੋਜੀ, ਹੋਲੀ ਟੈਕਨੋਲੋਜੀ ਈਗੋ ਨੂੰ ਮਾਈਨਸ ਕਰਨ ਦਾ ਤਰੀਕਾ ਸਮਝਾਉਂਦੀ ਹੈ. ਹਾਊ ਟੂ ਮਾਈਨਸ yourself so Lord can come and prevail and take over. Your ego made already mess. Your ego already closed all the doors. Now is the time to tell your ego, shut up. So God can come and take over your system. You will still be doing everything. You will be staying in your family. You will be doing your graced life, but not like you were doing before. He will take it over. You will feel it because He is the creator in all the hearts, all the bodies, all the creatures, all the animals. Your duty is just to remember Him always, day and night, with every breath. ਹਮੇਸ਼ਾ ਸਦਾ ਸਦਾ ਲਈ ਉਹਨੂੰ ਧਿਆਈ ਜਾਵੇ. ਤੂੰ ਤਾਂ ਦੁਨੀਆ ਦੀਆਂ ਸਿਫਤਾਂ ਕਰਦੀਆਂ ਨਹੀਂ ਥੱਕਦਾ. ਛੋਟੀ ਜੀ ਤੇਰੀ ਕੋਈ ਗੱਲ ਕਰ ਦੇਵੇ ਉਹਨੂੰ ਥੈਂਕ ਯੂ ਕਰੀ ਜਾਂਦਾ, ਕਿਉਂਕਿ ਉਹ ਤੇਰਾ ਇੱਕ ਪਖੰਡ ਹੁੰਦਾ, ਡਰਾਮਾ ਹੁੰਦਾ ਦੂਜੇ ਨੂੰ ਖੁਸ਼ ਕਰਨ ਦਾ. ਝੂਠਾ ਖੁਸ਼ ਕਰਦਾ, ਝੂਠਾ ਸ਼ੁਕਰਾਨਾ ਕਰੀ ਜਾਂਦਾ ਸਿਰਫ ਦਿਖਾਵੇ ਦਾ. ਤੇਰੇ ਹੱਡਾਂ ਦੇ ਵਿੱਚ ਵਸ ਗਿਆ ਕਿ ਫਾਰਮੈਲਿਟੀ ਦੇ ਨਾਲ ਤੂੰ ਇਹ ਸਿਸਟਮ ਚਲਾ ਲਵੇਗਾ ਅਤੇ ਇਸ ਫੋਕੀ ਫਾਰਮੈਲਿਟੀ ਦੇ ਨਾਲ ਹੀ ਪ੍ਰਭੂ ਨੂੰ ਪਾ ਲਵੇਗਾ. ਦਿਸ ਇਜ਼ ਯੂਅਰ ਬਿਗ ਮਿਸਟੇਕ ਮੈਨ. God knows everything. Without any cleverness, you just remember Him all the time. ਬੜਾ ਸਿੰਪਲ ਹੈ. Leave your cunningness away. He don't like it. Every breath is a gift to you. He gave you.
He gives you 24,000 breaths every 24 hours. Take advantage of those. Write the name on every breath. Akal Purkh, Ik Onkar, Satnam, Karta Purkh, Nirbhau, Nirbhair, Akal Murth, Ajuni Sehpang, Gur Prasad Jap. Write down. When the breath comes inside your system and goes out, just write it. All the breaths are written his name on them. Because everything he does for the humanity. Everything created, he created for his feeling like farmer. God makes the man the way he feel like. This universe is his game, his play, like children play, marble play, hide and seek play. Same way God is so real. He don't have no revenge. His nature is like child. He don't know too much cunning, cleverness. That's Maya teach. The college you got the admission is wrong college. Maya teach in that college how to cheat the people, how to become rich fast. Everything is okay, Maya tells you that. That's not true. Change your college of education. Find spiritual college of Guru Nanak, Guru Arjan. They will tell you that this whole creation, wonderful drama is God's drama. And he is the doer.